असलामुअलैकुम। मैं हाँ मुहम्मद अशरफ ते उम्मीद करना तुसी सारे ठीक होवोगे। अज तुहाडे वास्ते कर्मां दे मतलब एक बहुत ही प्यारी वीडियो लैके हाज़र होए हाँ। ये वीडियो स्टार्ट करोगे तो तुसी एंड तक सुनन तक मजबूर हो जाओगे। बड़ी ही इंटरस्टिंग है और बड़ी ही दिल नूं मोह लैण वाली ये वीडियो है। असी इस वीडियो नूं एंड तक वेखना है, एंड तक तुसी साडे नाल जुड़े रहना है। और वीडियो स्टार्ट करन तो पहलों तुसी कमेंट बॉक्स के अंदर आके वाहेगुरु लिख दिओ। अगर तुसी चैनल नूं सबसक्राइब नहीं किया होया तो चैनल नूं सबसक्राइब करके फटे चुक दिओ ते मैं करना वीडियो स्टार्ट। जिवें दा कर्म करोगे उवें दा ही फल मिलेगा। ਇਹ ਕਹਾਵਤ ਅਸੀਂ ਸਾਰਿਆਂ ਨੇ ਹੀ ਆਪਣੀ ਜ਼ਿੰਦਗੀ ਵਿੱਚ ਬਹੁਤ ਵਾਰ ਸੁਣੀ ਹੋਵੇਗੀ, ਪਰ ਕੀ ਸੱਚੀਓ ਤੁਸੀਂ ਦਿਲ ਤੋਂ ਮੰਨਦੇ ਹੋ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ? ਮੈਨੂੰ ਪਤਾ ਹੁਣ ਅੰਦਰੋਂ ਕੋਈ ਸਪਸ਼ਟ ਉੱਤਰ ਨਹੀਂ ਆਉਂਦਾ ਹੋਣਾ, ਕਿਉਂਕਿ ਅਸੀਂ ਆਪਣੇ ਆਸੇ-ਪਾਸੇ ਇਹੋ ਜਿਹੇ ਬਹੁਤ ਲੋਕਾਂ ਨੂੰ ਦੇਖਦੇ ਹਾਂ ਜੋ ਕਿ ਜ਼ਿੰਦਗੀ ਭਰ ਚੰਗੇ ਕਰਮ ਕਰਦੇ ਰਹਿੰਦੇ ਨੇ, ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਚੰਗੇ ਫਲ ਮਿਲ ਨਹੀਂ ਪਾਉਂਦੇ। ਇੱਕ ਲੜਕਾ ਬਹੁਤ ਮਿਹਨਤ ਕਰਦਾ ਹੈ ਪੇਪਰਾਂ ਵਿੱਚੋਂ ਪਾਸ ਹੋਣ ਲਈ, ਪਰ ਉਹਨਾਂ ਪੇਪਰਾਂ ਦੇ ਨਤੀਜੇ ਵਿੱਚ ਉਸ ਦੇ ਨਿਰਾਸ਼ਾ ਹੀ ਹੱਥ ਲੱਗਦੀ ਹੈ। ਤਾਂ ਫਿਰ ਹੁਣ ਇਸ ਤੋਂ ਤਾਂ ਇਹੀ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਕਿਹਾ ਹੈ ਕਿ ਚੰਗੇ ਕਰਮਾਂ ਦਾ ਫਲ ਚੰਗਾ ਹੀ ਹੁੰਦਾ ਹੈ, ਜਾਂ ਤਾਂ ਉਹ ਮਹਾਂਪੁਰਸ਼ ਗਲਤ ਸੀ, ਜਾਂ ਫਿਰ ਅਸੀਂ ਆਪਣੇ ਕਰਮਾਂ ਦਾ ਲੇਖਾ ਜੋਖਾ ਸਮਝ ਹੀ ਨਹੀਂ ਪਾਉਂਦੇ। ਪਰ ਦੋਸਤੋ, ਚਿੰਤਾ ਨਾ ਕਰੋ। ਅੱਜ ਦੀ ਇਹ ਕਹਾਣੀ ਸੁਣਨ ਤੋਂ ਬਾਅਦ ਕਰਮਾਂ ਦੇ ਬਾਰੇ ਤੁਹਾਡੀ ਸੋਚ, ਤੁਹਾਡੀ ਦ੍ਰਿਸ਼ਟੀ ਇੱਕਦਮ ਸਪਸ਼ਟ ਹੋ ਜਾਵੇਗੀ। ਕਹਾਣੀ ਨੂੰ ਆਖਰ ਤੱਕ ਸੁਣਨ ਤੋਂ ਬਾਅਦ ਵੀ ਜੇਕਰ ਤੁਹਾਡੇ ਮਨ ਵਿੱਚ ਕਰਮਾਂ ਦੇ ਬਾਰੇ ਕੋਈ ਵੀ ਸਵਾਲ ਰਹਿ ਜਾਂਦਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਪੁੱਛਿਓ, ਕਿਉਂਕਿ ਤੁਹਾਡੇ ਸਵਾਲ ਹੀ ਸਾਨੂੰ ਹੋਰ ਸੋਚਣ ਲਈ ਮਜਬੂਰ ਕਰਦੇ ਨੇ। ਬੜੇ ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਪਿੰਡ ਵਿੱਚ ਰਾਮੂ ਤੇ ਰਾਜ ਨਾਮ ਦੇ ਦੋ ਭਰਾ ਰਹਿੰਦੇ ਸੀ। ਪੂਰਾ ਪਿੰਡ ਜਾਣਦਾ ਸੀ ਕਿ ਉਹ ਕਹਿਣ ਨੂੰ ਹੀ ਭਰਾ ਸੀ, ਪਰ ਭਰਾਵਾਂ ਵਰਗਾ ਉਹਨਾਂ ਦੋਨਾਂ ਵਿੱਚ ਕੁਝ ਨਹੀਂ ਸੀ। ਰਾਮੂ ਵੱਡਾ ਸੀ ਤੇ ਰਾਜ ਤੋਂ ਉਹ ਬਹੁਤ ਤੇਜ਼ ਤੇ ਚਲਾਕ ਵੀ ਸੀ। ਉਸਨੇ ਰਾਜ ਦੇ ਹਿੱਸੇ ਦੀ ਜ਼ਮੀਨ ਵੀ ਖੁਦ ਹੀ ਹੜਪ ਲਈ ਸੀ। ਇਸੇ ਲਈ ਰਾਜ ਦੇ ਪਰਿਵਾਰ ਨੂੰ ਬਹੁਤ ਹੀ ਕਸ਼ਟ ਦੇ ਦਿਨ ਝੱਲਣੇ ਪੈ ਰਹੇ ਸੀ। ਰਾਜ ਦੀ ਪਤਨੀ ਵੀ ਅਕਸਰ ਬਿਮਾਰ ਰਿਹਾ ਕਰਦੀ ਤੇ ਉਸਦੇ ਕੋਲ ਉਸਦੇ ਇਲਾਜ ਤੱਕ ਦੇ ਪੈਸੇ ਵੀ ਨਹੀਂ ਸੀ। ਪਰ ਰਾਜ ਬਹੁਤ ਹੀ ਸ਼ੀਤਲ ਸੁਭਾਅ ਦਾ ਮਾਲਕ ਸੀ। ਉਹ ਕਦੇ ਕਿਸੇ ਨਾਲ ਬੁਰਾ ਨਹੀਂ ਸੀ ਕਰਦਾ, ਪਰ ਉਸਦੇ ਮਨ ਵਿੱਚ ਅਕਸਰ ਇਹ ਸਵਾਲ ਉੱਠਿਆ ਕਰਦਾ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਬੁਰਾ ਸੋਚਦਾ ਤੱਕ ਨਹੀਂ, ਤਾਂ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂ ਮੇਰੀ ਪਤਨੀ ਹਮੇਸ਼ਾ ਬਿਮਾਰ ਹੀ ਰਹਿੰਦੀ ਹੈ? ਕਿਉਂ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਕਿ ਮੈਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਚਲਾ ਸਕਾਂ? ਕਿਉਂ ਮੈਨੂੰ ਮੇਰੇ ਕਰਮਾਂ ਦਾ ਫਲ ਨਹੀਂ ਮਿਲ ਰਿਹਾ? ਤੇ ਇੱਕ ਮੇਰਾ ਭਰਾ ਇੰਨਾ ਲਾਲਚੀ ਹੈ, ਦੁਸ਼ਟ ਹੈ, ਇੰਨਾ ਚਲਾਕ ਹੈ, ਉਹ ਹਮੇਸ਼ਾ ਮਜ਼ੇ ਵਿੱਚ ਰਹਿੰਦਾ ਹੈ, ਉਸ ਨੂੰ ਤਾਂ ਕੋਈ ਪਰੇਸ਼ਾਨੀ ਨਹੀਂ। ਉਹ ਸੋਚਣ ਲੱਗਾ ਕਿ ਸ਼ਾਇਦ ਬੁਰੇ ਕਰਮਾਂ ਦਾ ਫਲ ਚੰਗਾ ਮਿਲਦਾ ਹੈ, ਚੰਗੇ ਕਰਮਾਂ ਦਾ ਫਲ ਚੰਗਾ ਨਹੀਂ ਮਿਲਦਾ। ਤੇ ਹੌਲੀ-ਹੌਲੀ ਇਹ ਸ਼ੱਕ ਉਸ ਦੇ ਮਨ ਵਿੱਚ ਘਰ ਕਰਨ ਲੱਗਾ। ਸੋ ਉਸੇ ਪਿੰਡ ਤੋਂ ਥੋੜ੍ਹਾ ਦੂਰ ਇੱਕ ਸੰਨਿਆਸੀ ਆਪਣੀ ਕੁਟੀਆ ਬਣਾ ਕੇ ਰਿਹਾ ਕਰਦਾ ਸੀ। ਜਦੋਂ ਵੀ ਉਹ ਸੰਨਿਆਸੀ ਪਿੰਡ ਵਿੱਚ ਗਜਾ ਕਰ ਲਈ ਆਉਂਦਾ ਤਾਂ ਸਭ ਨੂੰ ਇੱਕ ਹੀ ਗੱਲ ਆਖਦਾ ਕਿ ਜੋ ਤੂੰ ਕੀਤਾ ਉਹ ਤੇਰੇ ਹਿੱਸੇ, ਜੋ ਮੈਂ ਕੀਤਾ ਉਹ ਮੇਰੇ ਹਿੱਸੇ। ਰਾਜ ਇਸ ਗੱਲ ਦਾ ਮਤਲਬ ਕਦੇ ਨਹੀਂ ਸਮਝ ਪਾਇਆ। ਇੱਕ ਦਿਨ ਜਦੋਂ ਉਹ ਬਹੁਤ ਡੂੰਘੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਤਾਂ ਉਸਦੇ ਕੰਨਾਂ ਵਿੱਚ ਫਿਰ ਇਹੀ ਬੋਲ ਪਏ, ਜੋ ਤੂੰ ਕੀਤਾ ਉਹ ਤੇਰੇ ਹਿੱਸੇ, ਜੋ ਮੈਂ ਕੀਤਾ ਉਹ ਮੇਰੇ ਹਿੱਸੇ। ਜਿਵੇਂ ਹੀ ਇਹ ਸ਼ਬਦ ਰਾਜ ਦੇ ਕੰਨਾਂ ਵਿੱਚ ਪਏ, ਉਹ ਗੁੱਸੇ ਨਾਲ ਭੜਕ ਉੱਠਿਆ। ਉਸਨੇ ਗੁੱਸੇ ਨਾਲ ਉਸ ਸੰਨਿਆਸੀ ਨੂੰ ਕਿਹਾ ਕਿ ਮਹਾਤਮਾ ਜੀ, ਤੁਸੀਂ ਹਮੇਸ਼ਾ ਇੱਕ ਹੀ ਗੱਲ ਦੀ ਰਟ ਲਗਾਈ ਜਾਂਦੇ ਰਹਿੰਦੇ ਹੋ, ਜਿਹਦਾ ਕੋਈ ਮਤਲਬ ਨਹੀਂ ਹੈ। ਜੇ ਤੁਹਾਡੀ ਇਹ ਗੱਲ ਸੱਚੀ ਹੁੰਦੀ ਤਾਂ ਮੈਨੂੰ ਹੀ ਵੇਖ ਲਓ। ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਕਰਮ ਕਰਦਾ ਆਇਆ, ਤਾਂ ਮੇਰੇ ਹਿੱਸੇ ਤਾਂ ਚੰਗੇ ਹੀ ਫਲ ਹੋਣੇ ਚਾਹੀਦੇ ਸੀ ਨਾ। ਪਰ ਮੈਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੋਇਆ।
ਮੇਰੀ ਪਤਨੀ ਹਮੇਸ਼ਾ ਬਿਮਾਰ ਰਹਿੰਦੀ ਹੈ। ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਸਾਡੇ ਕੋਲ। ਉਸ ਸੰਨਿਆਸੀ ਨੇ ਬੜੇ ਹੀ ਸ਼ਾਂਤ ਤਰੀਕੇ ਨਾਲ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੂੰ ਹਾਲਾਤਾਂ ਤੋਂ ਹਾਰ ਮੰਨ ਚੁੱਕਿਆ ਹੈ। ਔਖੇ ਹਾਲਾਤਾਂ ਨੇ ਤੇਰੀ ਸੋਚ ਉੱਪਰ ਡੂੰਘਾ ਅਸਰ ਪਾਇਆ ਹੈ। ਬੁਰੇ ਸਮੇਂ ਨੇ ਤੇਰੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ। ਤੂੰ ਇੱਕ ਕੰਮ ਕਰੀਂ, ਅੱਜ ਸ਼ਾਮ ਨੂੰ ਕੁਝ ਫਲ ਲੈ ਕੇ ਮੇਰੀ ਕੁਟੀਆ ਆਵੀਂ, ਫਿਰ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਇੰਨਾ ਕਹਿ ਕੇ ਉਹ ਸੰਨਿਆਸੀ ਅਗਲੇ ਘਰ ਹੋ ਤੁਰਿਆ। ਸ਼ਾਮ ਨੂੰ ਰਾਜ ਨੇ ਕੁਝ ਫਲ ਖਰੀਦੇ ਤੇ ਪਿੰਡ ਤੋਂ ਦੂਰ ਉਸ ਸੰਨਿਆਸੀ ਦੀ ਕੁਟੀਆ ਵੱਲ ਤੁਰ ਪਿਆ। ਜਿਵੇਂ ਜਿਵੇਂ ਉਹ ਰਸਤੇ ਉੱਪਰ ਅੱਗੇ ਵਧ ਰਿਹਾ ਸੀ, ਉਸ ਨੂੰ ਅਨੰਤ ਸ਼ਾਂਤੀ ਦਾ ਅਨੁਭਵ ਹੋ ਰਿਹਾ ਸੀ। ਕਿਉਂਕਿ ਰਸਤਾ ਲੰਬਾ ਸੀ, ਇਸ ਲਈ ਉਸ ਵਿੱਚ ਕੋਈ ਹਲਚਲ ਨਹੀਂ ਸੀ। ਬਸ ਰਸਤੇ ਉੱਪਰ ਕੁਝ ਲੰਗੂਰ ਤੇ ਬਾਂਦਰ ਦਿਖਾਈ ਦੇ ਰਹੇ ਸੀ। ਰਾਜ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਕੁਝ ਫਲ ਇਹਨਾਂ ਲੰਗੂਰਾਂ ਤੇ ਬਾਂਦਰਾਂ ਨੂੰ ਖਿਲਾ ਦੇਵੇ। ਪਰ ਫਿਰ ਉਹ ਸੋਚਦਾ ਹੈ ਕਿ ਜੇਕਰ ਮੈਂ ਇਹ ਫਲ ਲੈ ਕੇ ਸੰਨਿਆਸੀ ਕੋਲ ਨਾ ਗਿਆ ਤਾਂ ਮੇਰੇ ਸਵਾਲਾਂ ਦੇ ਜਵਾਬ ਮੈਨੂੰ ਨਹੀਂ ਮਿਲਣਗੇ। ਇਸ ਲਈ ਉਹ ਉਹਨਾਂ ਫਲਾਂ ਨੂੰ ਬਾਂਦਰਾਂ ਤੋਂ ਬਚਾਉਂਦਾ ਹੋਇਆ ਉਸ ਸੰਨਿਆਸੀ ਦੀ ਕੁਟੀਆ ਵਿੱਚ ਪਹੁੰਚ ਗਿਆ। ਜਿਵੇਂ ਹੀ ਰਾਜ ਉਸ ਕੁਟੀਆ ਵਿੱਚ ਪਹੁੰਚਿਆ ਤਾਂ ਅਚਾਨਕ ਸੰਨਿਆਸੀ ਬੋਲਿਆ ਕਿ ਜੇਕਰ ਮਨ ਵਿੱਚ ਸੀ ਤਾਂ ਇਹ ਫਲ ਖਵਾਏ ਕਿਉਂ ਨਹੀਂ ਬਾਂਦਰਾਂ ਨੂੰ। ਇਹ ਸੁਣ ਕੇ ਰਾਜ ਹੈਰਾਨ ਹੋ ਗਿਆ ਕਿ ਸੰਨਿਆਸੀ ਨੂੰ ਕਿਵੇਂ ਪਤਾ ਲੱਗਿਆ ਕਿ ਮੇਰੇ ਮਨ ਵਿੱਚ ਬਾਂਦਰਾਂ ਨੂੰ ਫਲ ਖਵਾਉਣ ਦੀ ਇੱਛਾ ਉੱਠੀ ਸੀ। ਉਸਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ, ਤੁਹਾਨੂੰ ਕਿਵੇਂ ਪਤਾ ਕਿ ਮੈਂ ਬਾਂਦਰਾਂ ਨੂੰ ਇਹ ਫਲ ਖਵਾਉਣਾ ਚਾਹੁੰਦਾ ਸੀ। ਸੰਨਿਆਸੀ ਨੇ ਬੜੀ ਨਿਮਰਤਾ ਤੇ ਸ਼ਾਂਤੀ ਨਾਲ ਕਿਹਾ ਕਿ ਜ਼ਰੂਰੀ ਇਹ ਨਹੀਂ ਕਿ ਮੈਨੂੰ ਕਿਵੇਂ ਪਤਾ ਚੱਲਿਆ। ਅਸੀਂ ਤਾਂ ਸੰਨਿਆਸੀ ਹਾਂ, ਸਭ ਦੇ ਮਨ ਦੀ ਗੱਲ ਪੜ੍ਹ ਲੈਂਦੇ ਹਾਂ। ਜ਼ਰੂਰੀ ਇਸ ਗੱਲ ਨੂੰ ਸਮਝਣਾ ਹੈ ਕਿ ਜਿਵੇਂ ਇੱਕ ਬੱਚਾ ਹਜ਼ਾਰਾਂ ਗਾਵਾਂ ਦੇ ਵਿੱਚੋਂ ਆਪਣੀ ਮਾਂ ਨੂੰ ਲੱਭ ਲੈਂਦਾ ਹੈ, ਉਸੇ ਤਰ੍ਹਾਂ ਕਰਮ ਆਪਣੇ ਕਰਤਾ ਨੂੰ ਲੱਭ ਹੀ ਲੈਂਦਾ ਹੈ। ਇਹ ਕਰਮ ਮੇਰੇ ਹੀ ਹੱਥੋਂ ਹੋਣਾ ਲਿਖਿਆ ਸੀ। ਤੇ ਇਹ ਕਹਿੰਦੇ ਹੋਏ ਸੰਨਿਆਸੀ ਨੇ ਉਸਦੇ ਹੱਥ ਵਿੱਚੋਂ ਫਲ ਫੜ ਕੇ ਬਾਂਦਰਾਂ ਨੂੰ ਖਵਾਉਣੇ ਸ਼ੁਰੂ ਕਰ ਦਿੱਤੇ। ਰਾਜ ਇਸ ਗੱਲ ਦਾ ਮਤਲਬ ਸਮਝ ਨਹੀਂ ਪਾਇਆ, ਇਸ ਲਈ ਉਸਨੇ ਮਹਾਤਮਾ ਨੂੰ ਸਵਾਲ ਕੀਤਾ ਕਿ ਮੈਂ ਤੁਹਾਡੀ ਗੱਲ ਦਾ ਮਤਲਬ ਸਮਝ ਨਹੀਂ ਪਾਇਆ, ਕਿਰਪਾ ਕਰੋ ਮੈਨੂੰ ਇਸ ਗੱਲ ਦਾ ਵਿਸਥਾਰ ਰੂਪ ਵਿੱਚ ਮਤਲਬ ਸਮਝਾਓ। ਸੰਨਿਆਸੀ ਨੇ ਬੜੀ ਸ਼ਾਂਤ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਰਾਜ, ਮਨੁੱਖ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਉਹੀ ਕਰਨ ਵਾਲਾ ਹੈ, ਉਹੀ ਕਰਤਾ ਹੈ ਤੇ ਉਹੀ ਕਰਮ ਕਰੇਗਾ। ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਰਮ ਤੁਹਾਡਾ ਖੁਦ ਚੁਣਾਵ ਕਰਦਾ ਹੈ, ਤੁਸੀਂ ਕਰਮ ਦਾ ਚੁਣਾਵ ਨਹੀਂ ਕਰਦੇ। ਜੇਕਰ ਤੁਸੀਂ ਕਿਸੇ ਚੰਗੇ ਕਰਮ ਨੂੰ ਕਰਨ ਦੇ ਯੋਗ ਹੋ ਤਾਂ ਹਜ਼ਾਰਾਂ ਲੋਕਾਂ ਦੇ ਵਿੱਚੋਂ ਕਰਮ ਤੁਹਾਨੂੰ ਆਪਣੇ ਆਪ ਲੱਭ ਕੇ ਕੱਢ ਲਵੇਗਾ। ਇਸ ਲਈ ਯੋਗ ਬਣਨ ਉੱਪਰ ਧਿਆਨ ਦਿਓ, ਕਰਮ ਕਰਨ ਤੇ ਧਿਆਨ ਨਾ ਦਿਓ। ਜੇਕਰ ਤੁਸੀਂ ਸਿਰਫ ਕਰਮ ਕਰਨ ਤੇ ਧਿਆਨ ਦਿਓਗੇ ਤਾਂ ਕਦੇ ਯੋਗ ਨਹੀਂ ਬਣ ਪਾਓਗੇ। ਯੋਗ ਬਣਨ ਵਾਸਤੇ ਜਿਹੜੇ ਕਰਮਾਂ ਦੀ ਲੋੜ ਹੁੰਦੀ ਹੈ, ਪਹਿਲਾਂ ਉਹਨਾਂ ਛੋਟੇ-ਛੋਟੇ ਕਰਮਾਂ ਨੂੰ ਕਰਨਾ ਸ਼ੁਰੂ ਕਰੋ ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਫਿਰ ਵੱਡਾ ਕਰਮ ਜਾਂ ਕਹਿ ਲਓ ਮੁੱਖ ਕਰਮ ਜਾਂ ਫਿਰ ਜਿਹੜੇ ਕਰਮ ਵਾਸਤੇ ਤੁਸੀਂ ਬਣੇ ਹੋਏ ਹੋ, ਉਹ ਕਰਮ ਤੁਹਾਡੇ ਕੋਲ ਖੁਦ ਚੱਲ ਕੇ ਆਵੇਗਾ। ਉਦਾਹਰਨ ਦੇ ਲਈ ਤੂੰ ਇਹਨਾਂ ਬਾਂਦਰਾਂ ਨੂੰ ਹੀ ਵੇਖ ਲੈ। ਇਹਨਾਂ ਬਾਂਦਰਾਂ ਨੇ ਛੋਟੇ-ਛੋਟੇ ਕਰਮ ਕਰਕੇ ਰੁੱਖਾਂ ਉੱਪਰ ਚੜ੍ਹਨਾ ਸਿੱਖਿਆ, ਛਾਲਾਂ ਮਾਰਨੀਆਂ ਸਿੱਖੀਆਂ ਤੇ ਇਸੇ ਤਰ੍ਹਾਂ ਛੋਟੇ-ਛੋਟੇ ਕਰਮ ਕਰਦੇ ਹੋਏ ਇਹ ਮੇਰੇ ਤੱਕ ਪਹੁੰਚ ਗਏ। ਤੇ ਮੇਰੇ ਤੱਕ ਪਹੁੰਚਣ ਤੋਂ ਬਾਅਦ ਇਹਨਾਂ ਕੋਲ ਇਹਨਾਂ ਦਾ ਭੋਜਨ ਖੁਦ ਹੀ ਪਹੁੰਚ ਗਿਆ। ਇਸ ਲਈ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਛੋਟੇ-ਛੋਟੇ ਕਰਮ ਕਰਦੇ ਹੋਏ ਆਪਣੇ ਆਪ ਨੂੰ ਉਸ ਯੋਗ ਬਣਾਉਂਦੇ ਜਾਓ ਤੇ ਜਦੋਂ ਤੁਸੀਂ ਯੋਗ ਬਣ ਜਾਓਗੇ ਤਾਂ ਆਪਣੇ ਆਪ ਤੁਹਾਨੂੰ ਇੱਕ ਵੱਡਾ ਟੀਚਾ ਮਿਲ ਜਾਵੇਗਾ। ਸੰਨਿਆਸੀ ਨੇ ਅਗਲੀ ਗੱਲ ਕਹਿਣੀ ਸ਼ੁਰੂ ਕੀਤੀ ਜੋ ਕਿ ਬਹੁਤ ਹੀ ਜ਼ਰੂਰੀ ਸੀ। ਧਿਆਨ ਲਗਾ ਕੇ ਸੁਣਿਓ। ਜੇਕਰ ਤੁਸੀਂ ਯੋਗ ਬਣਨ ਦੇ ਲਈ ਕਰਮ ਨਹੀਂ ਕਰੋਗੇ
ਤਾਂ ਦੂਸਰੇ ਲੋਕਾਂ ਦੇ ਕਰਮ ਵੀ ਤੁਹਾਨੂੰ ਪ੍ਰਭਾਵਿਤ ਕਰਨ ਲੱਗਣਗੇ। ਉਦਾਹਰਨ ਦੇ ਲਈ, ਤੇਰੀ ਪਤਨੀ ਕਈ ਦਿਨਾਂ ਤੋਂ ਬਿਮਾਰ ਹੈ। ਤੂੰ ਅਕਸਰ ਇਹੀ ਸੋਚਦਾ ਹੈ ਕਿ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ। ਪਰ ਸਮਝਣ ਵਾਲੀ ਗੱਲ ਇਹ ਹੁੰਦੀ ਹੈ ਕਿ ਤੇਰੀ ਪਤਨੀ ਆਪਣੇ ਕਰਮਾਂ ਦੀ ਵਜ੍ਹਾ ਨਾਲ ਬਿਮਾਰ ਹੈ, ਨਾ ਕਿ ਤੇਰੇ ਕਰਮਾਂ ਦੀ ਵਜ੍ਹਾ ਨਾਲ। ਤੇਰੇ ਕਰਮ ਤਾਂ ਚੰਗੇ ਨੇ, ਪਰ ਕੀ ਪਤਾ ਤੇਰੀ ਪਤਨੀ ਦੇ ਕਰਮ ਅਤੀਤ ਵਿੱਚ ਚੰਗੇ ਨਾ ਰਹੇ ਹੋਣ, ਜਿਨ੍ਹਾਂ ਦੀ ਵਜ੍ਹਾ ਨਾਲ ਉਹ ਬਿਮਾਰ ਹੋ ਗਈ ਹੋਵੇ, ਤੇ ਤੇਰੀ ਪਤਨੀ ਦੇ ਕਰਮਾਂ ਦੀ ਵਜ੍ਹਾ ਨਾਲ ਤੈਨੂੰ ਵੀ ਦੁੱਖ ਝੱਲਣਾ ਪੈ ਰਿਹਾ ਹੈ। ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਮਨੁੱਖ ਆਪਣੇ ਬੱਚਿਆਂ ਦੀ ਵਜ੍ਹਾ ਨਾਲ, ਆਪਣੇ ਪਰਿਵਾਰ ਦੀ ਵਜ੍ਹਾ ਨਾਲ, ਇਹਨਾਂ ਸਭ ਦੀ ਵਜ੍ਹਾ ਨਾਲ ਖੁਦ ਦੁੱਖ ਝੱਲ ਰਹੇ ਹੁੰਦੇ ਨੇ। ਪਰ ਥੋੜ੍ਹਾ ਸੋਚ, ਜੇਕਰ ਤੂੰ ਯੋਗ ਹੁੰਦਾ ਤਾਂ ਤੂੰ ਆਪਣੀ ਪਤਨੀ ਦਾ ਖੁਦ ਇਲਾਜ ਕਰਵਾ ਲੈਂਦਾ, ਉਸ ਦੀ ਬਿਮਾਰੀ ਨੂੰ ਦੂਰ ਕਰ ਦਿੰਦਾ। ਤੇ ਕੀ ਪਤਾ ਜੇ ਤੂੰ ਯੋਗ ਹੁੰਦਾ ਤਾਂ ਤੇਰਾ ਕਿਸੇ ਹੋਰ ਇਸਤਰੀ ਨਾਲ ਵਿਆਹ ਹੋਇਆ ਹੁੰਦਾ ਜੋ ਬਿਲਕੁਲ ਤੰਦਰੁਸਤ ਹੁੰਦੀ, ਪਰ ਤੂੰ ਯੋਗ ਨਹੀਂ ਸੀ। ਇਸ ਲਈ ਤੂੰ ਆਪਣੀ ਪਤਨੀ ਦੀ ਵਜ੍ਹਾ ਨਾਲ ਖੁਦ ਦੁੱਖ ਝੱਲ ਰਿਹਾ ਹੈ। ਜੇਕਰ ਤੂੰ ਯੋਗ ਬਣ ਜਾਵੇਂਗਾ ਤਾਂ ਦੂਸਰੇ ਲੋਕਾਂ ਦੇ ਕਰਮ ਤੈਨੂੰ ਪ੍ਰਭਾਵਿਤ ਨਹੀਂ ਕਰ ਪਾਉਣਗੇ। ਸੰਨਿਆਸੀ ਨੇ ਰਾਜ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਯਾਦ ਰੱਖੀ ਰਾਜ, ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ, ਬਲਕਿ ਉਹ ਮਿਲਦਾ ਹੈ ਜਿਹਦੇ ਤੁਸੀਂ ਯੋਗ ਹੋ, ਕਾਬਲ ਹੋ। ਇਸ ਲਈ ਆਪਣੀ ਕਾਬਲੀਅਤ ਨੂੰ ਵਧਾਉਣ 'ਤੇ ਕੰਮ ਕਰੋ, ਉਸ ਦੇ ਲਈ ਕਰਮ ਕਰੋ। ਕਰਮਾਂ ਦਾ ਫਲ ਪਾਉਣ ਲਈ ਕਦੇ ਵੀ ਕਰਮ ਨਾ ਕਰੋ। ਰਾਜ ਨੇ ਸੰਨਿਆਸੀ ਨੂੰ ਬੜੀ ਨਿਮਰਤਾ ਨਾਲ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ, ਮੈਨੂੰ ਇਹ ਦੱਸਣ ਦੀ ਖੇਚਲ ਕਰੋ ਕਿ ਮੈਂ ਆਪਣੀ ਯੋਗਤਾ ਕਿਸ ਤਰ੍ਹਾਂ ਵਧਾ ਸਕਦਾ ਤਾਂ ਜੋ ਮੇਰਾ ਮੁੱਖ ਕਰਮ ਮੈਨੂੰ ਲੱਭ ਸਕੇ। ਸੰਨਿਆਸੀ ਨੇ ਬੜੀ ਹੀ ਸ਼ਾਂਤੀ ਨਾਲ ਕਹਿਣਾ ਸ਼ੁਰੂ ਕੀਤਾ ਕਿ ਰਾਜ, ਇਸ ਦੇ ਲਈ ਬੜੇ ਹੀ ਸੌਖੇ ਉਪਾਅ ਹੁੰਦੇ ਨੇ। ਸਭ ਤੋਂ ਪਹਿਲਾ ਉਪਾਅ ਹੈ ਕਰਮ ਕਰਕੇ ਭੁੱਲਦੇ ਜਾਓ। ਤੁਸੀਂ ਜਿਹੜੇ ਕਰਮ ਕਰ ਰਹੇ ਹੋ, ਆਪਣੇ ਯੋਗ ਬਣਨ ਦੇ ਲਈ ਉਸ ਕਰਮ ਨੂੰ ਕਰਨ ਤੋਂ ਬਾਅਦ ਭੁੱਲ ਜਾਓ। ਇਹ ਨਾ ਕਦੇ ਸੋਚਿਓ ਕਿ ਉਸ ਨੂੰ ਕਰਨ ਨਾਲ ਤੁਹਾਨੂੰ ਕੀ ਮਿਲਿਆ ਜਾਂ ਮਿਲੇਗਾ। ਇਸ ਲਈ ਹੀ ਕਿਹਾ ਜਾਂਦਾ ਹੈ, ਤੁਸੀਂ ਸੁਣਿਆ ਹੋਵੇਗਾ ਕਿ ਕਰਮ ਕਰੋ, ਫਲ ਦੀ ਚਿੰਤਾ ਨਾ ਕਰੋ, ਇੱਛਾ ਨਾ ਰੱਖੋ। ਜੇਕਰ ਤੁਸੀਂ ਫਲ ਦੀ ਚਿੰਤਾ ਕਰੋਗੇ ਤਾਂ ਅਸਲ ਵਿੱਚ ਤੁਸੀਂ ਕਰਮ ਕਰ ਹੀ ਨਹੀਂ ਰਹੇ ਹੋਵੋਗੇ। ਅਕਸਰ ਬੰਦੇ ਦੇ ਦੁੱਖਾਂ ਦਾ ਇਹੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ। ਉਹ ਸੋਚਦਾ ਹੈ ਕਿ ਮੈਂ ਕਰਮ ਤਾਂ ਚੰਗੇ ਕਰ ਰਿਹਾ, ਪਰ ਮੈਨੂੰ ਫਲ ਨਹੀਂ ਪ੍ਰਾਪਤ ਹੋ ਰਹੇ। ਤੇ ਇਹੀ ਦੁੱਖ ਉਸ ਦੇ ਮਨ ਨੂੰ ਠੇਸ ਪਹੁੰਚਾਉਂਦਾ ਰਹਿੰਦਾ ਹੈ, ਉਸ ਨੂੰ ਆਪਣੇ ਟੀਚੇ ਤੋਂ ਭਟਕਾਉਂਦਾ ਰਹਿੰਦਾ ਹੈ। ਕਿਸੇ ਕਰਮ ਨੂੰ ਕਰਨ ਤੋਂ ਬਾਅਦ ਆਪਣਾ ਮੁਲਾਂਕਣ ਜ਼ਰੂਰ ਕਰੋ, ਪਰ ਫਲ ਦੀ ਚਿੰਤਾ ਨਾ ਕਰੋ। ਰਾਜ ਨੇ ਮਹਾਤਮਾ ਨੂੰ ਪੁੱਛਿਆ ਕਿ ਮਹਾਤਮਾ ਜੀ, ਅਸੀਂ ਆਪਣਾ ਮੁਲਾਂਕਣ ਕਿਵੇਂ ਕਰ ਸਕਦੇ ਹਾਂ? ਤਾਂ ਮਹਾਤਮਾ ਨੇ ਜਵਾਬ ਦਿੱਤਾ ਕਿ ਰਾਜ, ਜਦੋਂ ਵੀ ਤੂੰ ਕੋਈ ਕੰਮ ਪੂਰਾ ਕਰਦਾ ਹੈ ਤਾਂ ਕੰਮ ਪੂਰਾ ਕਰਨ ਤੋਂ ਬਾਅਦ ਖੁਦ ਨੂੰ ਇਹ ਸਵਾਲ ਜ਼ਰੂਰ ਪੁੱਛੀ ਕਿ ਕੀ ਇਸ ਕੰਮ ਨੂੰ ਕਰਦੇ ਸਮੇਂ ਤੇਰਾ ਧਿਆਨ ਇਸੇ ਕੰਮ ਵਿੱਚ ਲੱਗਿਆ ਹੋਇਆ ਸੀ ਜਾਂ ਤੇਰਾ ਧਿਆਨ ਕਿਤੇ ਹੋਰ ਭਟਕ ਰਿਹਾ ਸੀ। ਇਸ ਤਰ੍ਹਾਂ ਤੂੰ ਆਪਣੇ ਆਪ ਦਾ ਮੁਲਾਂਕਣ ਕਰ ਸਕਦਾ ਹੈ ਕਿ ਤੂੰ ਕਿੰਨੇ ਧਿਆਨ ਦੇ ਨਾਲ ਉਸ ਕੰਮ ਨੂੰ ਕਰ ਰਿਹਾ ਸੀ। ਤੇ ਜਿੰਨੇ ਧਿਆਨ ਨਾਲ ਤੂੰ ਕਿਸੇ ਕਰਮ ਨੂੰ ਕਰੇਂਗਾ, ਓਨੀ ਹੀ ਤੇਰੀ ਯੋਗਤਾ, ਕਾਬਲੀਅਤ ਵੱਧਦੀ ਚਲੀ ਜਾਵੇਗੀ। ਤੇ ਜੇਕਰ ਤੂੰ ਬਸ ਉੱਦਾਂ ਹੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਉਸ ਨੂੰ ਕਰਦਾ ਰਹੇਂਗਾ ਤਾਂ ਉਸ ਕਰਮ ਤੋਂ ਤੂੰ ਕਦੇ ਵੀ ਯੋਗ ਨਹੀਂ ਬਣ ਪਾਵੇਂਗਾ। ਉਹ ਕਰਮ ਤਾਂ ਪੂਰਾ ਹੋ ਜਾਵੇਗਾ, ਪਰ ਉਸ ਦਾ ਫਲ ਤੈਨੂੰ ਕਦੇ ਨਹੀਂ ਮਿਲੇਗਾ। ਇਸ ਲਈ ਆਪਣਾ ਮੁਲਾਂਕਣ ਇਸ ਤਰ੍ਹਾਂ ਕਰੋ ਕਿ ਤੁਹਾਡਾ ਧਿਆਨ ਉੱਥੇ ਟਿਕਿਆ ਹੋਇਆ ਸੀ ਜਾਂ ਨਹੀਂ, ਜਾਂ ਤੁਹਾਡੇ ਵਿਚਾਰ ਤੁਹਾਨੂੰ ਕਿਤੇ ਭਟਕਾ ਕੇ ਲੈ ਗਏ ਸੀ। ਤੇ ਕੋਸ਼ਿਸ਼ ਜ਼ਰੂਰ ਕਰੋ ਕਿ ਅਗਲੀ ਵਾਰ ਜਦੋਂ ਤੁਸੀਂ ਕੋਈ ਵੀ ਕਰਮ ਕਰੋ ਤਾਂ ਤੁਹਾਡੇ ਵਿਚਾਰ ਵੀ ਉਸ ਕਰਮ ਤੇ ਟਿਕੇ ਰਹਿਣ, ਇੱਧਰ ਉੱਧਰ ਦੂਸਰੀਆਂ ਗੱਲਾਂ ਵਿੱਚ ਨਾ ਭਟਕਣ। ਰਾਜ ਨੇ ਇਸ ਗੱਲ ਉੱਪਰ ਇੱਕ ਸਵਾਲ ਪੁੱਛਿਆ ਕਿ ਮਹਾਤਮਾ ਜੀ,
ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਸਾਡਾ ਮਨ ਵਿਚਾਰਾਂ ਨਾਲ ਭਰ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗਦਾ ਹੈ। ਤਾਂ ਅਸੀਂ ਕਿਸ ਤਰ੍ਹਾਂ ਆਪਣੇ ਮਨ ਨੂੰ ਇੱਕ ਹੀ ਕਰਮ ਉੱਪਰ ਟਿਕਾ ਕੇ ਰੱਖ ਸਕਦੇ ਹਾਂ? ਇਸ ਦੇ ਲਈ ਕੋਈ ਉਪਾਅ ਜ਼ਰੂਰ ਦੱਸੋ। ਮਹਾਤਮਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਰਾਜ, ਜਦੋਂ ਵੀ ਤੁਸੀਂ ਕਿਸੇ ਕਰਮ ਨੂੰ ਕਰਦੇ ਸਮੇਂ ਆਪਣਾ ਪੂਰਾ ਧਿਆਨ ਉਸ ਵਿੱਚ ਲਗਾ ਦਿੰਦੇ ਹੋ ਤਾਂ ਫਿਰ ਤੁਹਾਡੇ ਵਿਚਾਰ ਉਸੇ ਕਰਮ ਉੱਪਰ ਕੇਂਦਰਿਤ ਰਹਿ ਸਕਦੇ ਨੇ। ਪੂਰੀ ਇਕਾਗਰਤਾ, ਪ੍ਰੇਮ ਤੇ ਭਾਵਨਾ ਨਾਲ ਕੀਤਾ ਗਿਆ ਕਰਮ ਤੁਹਾਡੇ ਵਿਚਾਰਾਂ ਨੂੰ ਇੱਧਰ ਉੱਧਰ ਭਟਕਣ ਨਹੀਂ ਦੇਵੇਗਾ। ਵਿਚਾਰ ਤੁਹਾਨੂੰ ਉਦੋਂ ਹੀ ਭਟਕਾਉਂਦੇ ਨੇ ਜਦੋਂ ਤੁਸੀਂ ਉਸ ਕਰਮ ਨੂੰ ਪੂਰੀ ਇਕਾਗਰਤਾ ਨਾਲ ਨਹੀਂ ਕਰਦੇ, ਉਸ ਵਿੱਚ ਪੂਰਾ ਪਿਆਰ ਨਹੀਂ ਪਾਉਂਦੇ, ਉਸ ਵਿੱਚ ਪੂਰੀ ਭਾਵਨਾ ਨਹੀਂ ਦਿਖਾਉਂਦੇ। ਜਦੋਂ ਇਹ ਤਿੰਨੇ ਚੀਜ਼ਾਂ ਤੁਸੀਂ ਉਸ ਕਰਮ ਵਿੱਚ ਮਿਲਾ ਦਿੰਦੇ ਹੋ ਤਾਂ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੂਰੀ ਤਰ੍ਹਾਂ ਉਸ ਕਰਮ ਵਿੱਚ ਘੁਲ ਮਿਲ ਜਾਂਦੇ ਹੋ ਤੇ ਤੁਹਾਡਾ ਮਨ ਇੱਕ ਹੀ ਜਗ੍ਹਾ ਟਿਕਿਆ ਰਹਿੰਦਾ ਹੈ। ਸੰਨਿਆਸੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਇਨਸਾਨ ਇਹਨਾਂ ਗੱਲਾਂ ਦੀ ਸਹੀ ਢੰਗ ਨਾਲ ਵਰਤੋਂ ਕਰਦਾ ਹੈ, ਇਹਨਾਂ ਗੱਲਾਂ ਦਾ ਪਾਲਣ ਕਰਦਾ ਹੈ, ਤਾਂ ਉਹ ਕਿਸੇ ਵੀ ਕਰਮ ਦੇ ਲਈ ਆਪਣੇ ਆਪ ਨੂੰ ਯੋਗ ਬਣਾ ਸਕਦਾ ਹੈ। ਤੇ ਇੱਕ ਵਾਰ ਜਦੋਂ ਉਹ ਯੋਗ ਬਣ ਜਾਵੇ ਤਾਂ ਉਸ ਬੱਚੇ ਦੀ ਤਰ੍ਹਾਂ ਉਸ ਦਾ ਕਰਮ ਉਸ ਨੂੰ ਆਪਣੇ ਆਪ ਲੱਭ ਲੈਂਦਾ ਹੈ। ਸੋ ਰਾਜ ਨੂੰ ਕੁਝ ਕੁ ਫਲਾਂ ਦੇ ਬਦਲੇ ਜੀਵਨ ਭਰ ਦਾ ਗਿਆਨ ਪ੍ਰਾਪਤ ਹੋ ਚੁੱਕਿਆ ਸੀ। ਉਸ ਨੂੰ ਤਸੱਲੀ ਹੋ ਚੁੱਕੀ ਸੀ। ਉਸ ਦੇ ਸਾਰੇ ਮਨ ਦੇ ਸਵਾਲ ਖਤਮ ਹੋ ਚੁੱਕੇ ਸੀ। ਉਸ ਨੇ ਮਹਾਤਮਾ ਨੂੰ ਮੱਥਾ ਟੇਕਿਆ ਤੇ ਉੱਥੋਂ ਆਪਣੇ ਘਰ ਵੱਲ ਨੂੰ ਤੁਰ ਪਿਆ। ਰਾਤ ਹੋ ਚੁੱਕੀ ਸੀ ਤੇ ਰਸਤੇ ਵਿੱਚ ਹਨੇਰਾ ਛਾਇਆ ਵਾ ਸੀ। ਉਹ ਇਹਨਾਂ ਗੱਲਾਂ ਬਾਰੇ ਵਿਚਾਰ ਕਰਦਾ ਹੋਇਆ ਆਪਣੇ ਘਰ ਤੱਕ ਪਹੁੰਚ ਜਾਂਦਾ ਹੈ। ਸੋ ਦੋਸਤੋ, ਉਮੀਦ ਹੈ ਕਿ ਇਸ ਕਹਾਣੀ ਤੋਂ ਤੁਹਾਡੇ ਦਿਲ ਦੇ ਕਈ ਸਵਾਲ ਹੱਲ ਹੋਏ ਹੋਣਗੇ ਤੇ ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰੋਗੇ। ਬਹੁਤ ਹੀ ਅੱਛੀ ਕਹਾਣੀ ਸੀ। ਅਗਰ ਵੇਖਿਆ ਜਾਵੇ ਤੇ ਇਹ ਕਹਾਣੀ ਹਰ ਵਿਅਕਤੀ ਨੂੰ ਪੇਸ਼ ਆਉਣ ਵਾਲੀ ਹੈ। ਕੋਈ ਵੀ ਵਿਅਕਤੀ ਮਨੁੱਖ ਦੇਖੇਗਾ ਤੇ ਉਹਨੂੰ ਇੱਦਾਂ ਲੱਗੇਗਾ ਕਿ ਜਿਸ ਤਰ੍ਹਾਂ ਉਹਦੀ ਹੀ ਇਹ ਕਹਾਣੀ ਬਿਆਨ ਕੀਤੀ ਜਾ ਰਹੀ ਹੈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਮੁਤਲਕ ਹੀ ਬਿਆਨ ਹੋ ਰਿਹਾ ਹੈ, ਕਿਉਂਕਿ ਗੱਲਾਂ ਸੱਚੀਆਂ ਸੀ, ਗੱਲਾਂ ਬਿਲਕੁਲ ਫਿੱਟ ਆ ਰਹੀਆਂ ਨੇ। ਇਸ ਵਾਸਤੇ ਸੁਣਨ ਵਾਲੇ ਨੂੰ ਹਰ ਇੱਕ ਨੂੰ ਇਹ ਕਹਾਣੀ ਆਪਣੀ ਆਪਣੀ ਲੱਗਦੀ ਏ। ਤੇ ਜਦੋਂ ਇਹ ਕਹਾਣੀ ਆਪਣੀ ਆਪਣੀ ਲੱਗਦੀ ਏ ਤੇ ਇਹਦਾ ਮਤਲਬ ਹੈ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹ ਵੀ ਇਸ ਵੀਡੀਓ ਦੇ ਅੰਦਰ ਹੱਲ ਹੋ ਗਈਆਂ ਹੋਣਗੀਆਂ, ਸਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਕਿਉਂਕਿ ਇਹ ਤਾਂ ਅਕਸਰ ਦੇਖਿਆ ਹੈ ਨਾ ਕਿ ਬਹੁਤ ਸਾਰੇ ਵਿਅਕਤੀ ਨੇ ਜਦੋਂ ਆਪਣੇ ਆਪ ਨੂੰ ਨੁਕਸਾਨ 'ਚ ਵੇਖਦੇ ਨੇ ਜਾਂ ਆਪਣੇ ਆਪ ਨੂੰ ਮੁਸੀਬਤ 'ਚ ਦੇਖਦੇ ਨੇ, ਬਿਮਾਰੀਆਂ 'ਚ ਘਿਰੇ ਹੋਏ ਵੇਖਦੇ ਨੇ, ਤੇ ਉਹਦੇ ਮੱਦੇ ਮੁਕਾਬਲ ਜਦੋਂ ਦੂਸਰਿਆਂ ਨੂੰ ਦੇਖਦੇ ਨੇ ਕਿ ਬਹੁਤ ਸੁੱਖ ਦੇ ਅੰਦਰ ਨੇ, ਹਾਲਾਂਕਿ ਉਹ ਸਾਡੇ ਨਾਲੋਂ ਕਰਮ ਜਿਹੜੇ ਨੇ ਉਹ ਘੱਟ ਕਰ ਰਹੇ ਨੇ, ਕਰਮ ਬੁਰੇ ਕਰ ਰਹੇ ਨੇ, ਤਾਂ ਇਸ ਤਰ੍ਹਾਂ ਉਹ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਉਹਦੇ ਦਿਲ 'ਚ ਇਹ ਆਉਣ ਲੱਗ ਪੈਂਦਾ ਹੈ ਕਿ ਬੁਰੇ ਕਰਮਾਂ ਕਰਨ ਨਾਲ ਜਿਹੜਾ ਅੱਛਾ ਨਸੀਬ ਬਣ ਜਾਂਦਾ ਹੈ, ਅੱਛੇ ਮੁਕੱਦਰ ਬਣ ਜਾਂਦੇ ਨੇ, ਬੰਦੇ ਦੇ ਅੱਛੇ ਹਾਲਾਤ ਹੋ ਜਾਂਦੇ ਨੇ। ਹਾਲਾਂਕਿ ਐਸਾ ਨਹੀਂ, ਬਿਲਕੁਲ ਇਹਦੇ ਉਲਟ ਹੈ। ਇਹ ਮਨੁੱਖ ਦੀ ਆਪਣੀ ਗਲਤੀ ਹੈ, ਆਪਣਾ ਜਿਹੜਾ ਉਹਦਾ ਵਹਿਮ ਹੈ। ਅਗਰ ਉਹ ਵਿਅਕਤੀ ਦੇਖਿਆ ਜਾਏ ਤੇ ਉਹਨੂੰ ਆਪਣੇ ਮਾਜ਼ੀ ਦੇ ਅੰਦਰ ਨਿਗਾਹ ਦੌੜਾਉਣੀ ਚਾਹੀਦੀ ਹੈ। ਅਗਰ ਮੈਨੂੰ ਕੋਈ ਮੁਸੀਬਤ ਜਾਂ ਦੁੱਖ ਮਿਲ ਰਿਹਾ ਹੈ ਤੇ ਮੈਂ ਕੁਝ ਨਾ ਕੁਝ ਐਸਾ ਜ਼ਰੂਰ ਕੀਤਾ ਹੋਏਗਾ, ਮੈਂ ਜਿਹੜੇ ਐਸੇ ਕੁਝ ਕਰਮ ਕੀਤੇ ਹੋਣਗੇ ਜਿਹੜੇ ਇਹ ਮੇਰੇ ਝੋਲੀ 'ਚ ਉਲਟ ਕੇ ਯਾਨੀ ਕਿ ਪੈ ਰਹੇ ਨੇ। ਬਹੁਤ ਸਾਰਾ ਇਹ ਦੇਖਿਆ ਕਿ ਆਪਣੇ ਘਰ ਦੇ ਮੁਸੀਬਤ 'ਚ ਹੁੰਦੇ ਨੇ। ਜਿਸ ਤਰ੍ਹਾਂ ਇਹ ਰਾਮੂ ਹੈ, ਇਹ ਰਾਮੂ ਰਾਜ ਤੋਂ ਪ੍ਰਭਾਵਿਤ ਹੋਇਆ ਕਿ ਉਹ ਬੁਰੇ ਕਰਮ ਕਰਦਾ ਹੈ, ਜ਼ਾਲਮ ਹੈ, ਲੇਕਿਨ ਜਿਹੜਾ ਇਹ ਰਾਜੂ ਹੈ, ਇਹ ਦੇਖੋ ਕਿ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਕਿ ਇਹ ਬੁਰੇ ਕਰਮ ਕਰਦਾ ਹੈ ਲੇਕਿਨ ਇਹਦੇ ਹਾਲਾਤ ਅੱਛੇ ਨੇ। ਮੈਂ ਅੱਛੇ ਕਰਮ ਕਰਨਾ, ਮੇਰੇ ਹਾਲਾਤ ਜਿਹੜੇ ਨੇ ਬੁਰੇ ਨੇ। ਮੇਰੀ ਬੀਵੀ ਜਿਹੜੀ ਹਰ ਵੇਲੇ ਬਿਮਾਰ ਰਹਿੰਦੀ ਹੈ ਔਰ ਹਰ ਵੇਲੇ ਅਸੀਂ ਜਿਹੜੇ ਮੁਸੀਬਤ 'ਚ ਘਿਰੇ ਰਹਿੰਦੇ ਹਾਂ ਔਰ ਉਹਦਾ ਜਿਹੜਾ ਉਹ ਬਿਲਕੁਲ ਉਹ ਠੀਕ ਹੀ ਨਹੀਂ ਹੋ ਪਾ ਰਹੀ। ਜਿਸ ਤਰ੍ਹਾਂ ਸੰਨਿਆਸੀ ਨੇ ਦੱਸਿਆ ਕਿ ਇਹ ਤਾਂ ਅਗਰ ਬੀਵੀ ਬਿਮਾਰ ਹੈ ਤੇ ਉਹ ਆਪਣੇ ਕਰਮਾਂ ਦਾ ਮਜ਼ਾ ਜਿਹੜਾ ਉਹ ਚੱਖ ਰਹੀ ਹੈ।
ਹੋ ਸਕਦਾ ਹੈ ਉਹਨੇ ਮਾਜ਼ੀ ਦੇ ਅੰਦਰ ਬੁਰੇ ਕਰਮ ਕੀਤੇ ਹੋਣ ਔਰ ਉਹਨੇ ਜਿਹੜੇ ਐਸੇ ਕਰਮ ਕੀਤੇ ਹੋਣ ਜਿਹੜਾ ਉਹਦੇ ਝੋਲੀ 'ਚ ਪੈ ਰਹੇ ਨੇ। ਸਾਨੂੰ ਆਪਣੇ ਕਰਮਾਂ 'ਤੇ ਜਿਹੜੀ ਹੈ ਉਹ ਨਜ਼ਰ ਦੌੜਾਉਣੀ ਚਾਹੀਦੀ ਹੈ। ਬਾਜ਼ ਦਫਾ ਅਸੀਂ ਐਸੇ ਕਰਮ ਤੇ ਕਰ ਰਹੇ ਹੁੰਦੇ ਹਾਂ, ਲੇਕਿਨ ਜਿਹੜੇ ਸਾਡੇ ਕਰਮ ਜਿਹੜੇ ਆ ਉਹ ਬਿਲਕੁਲ ਬੇਫਾਇਦਾ ਹੁੰਦੇ ਨੇ। ਅਸੀਂ ਬੜੇ ਬੇਧਿਆਨੀ ਨਾਲ ਉਹ ਕਰਮ ਕਰ ਰਹੇ ਹੁੰਦੇ ਹਾਂ। ਸਾਡੇ ਧਿਆਨ ਕਿਧਰੇ ਹੋਰ ਹੁੰਦੇ ਨੇ। ਅਸੀਂ ਪੜ੍ਹ ਨਮਾਜ਼ ਰਹੇ ਹੁੰਦੇ ਹਾਂ, ਕਰ ਅਰਦਾਸ ਰਹੇ ਹੁੰਦੇ ਹਾਂ, ਨਾਮ ਰੱਬ ਦਾ ਜਿਹੜਾ ਉਹ ਜਪ ਰਹੇ ਹੁੰਦੇ ਆ, ਲੇਕਿਨ ਸਾਡੇ ਜ਼ਿਹਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਉਹ ਸਵਾਲ ਪੈਦਾ ਹੋ ਰਹੇ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੇ ਖਿਆਲਾਤ ਪੈਦਾ ਹੋ ਰਹੇ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਸਾਡੇ ਜ਼ਿਹਨ 'ਚ ਆ ਰਹੀਆਂ ਹੁੰਦੀਆਂ ਨੇ। ਕਿਉਂ? ਅਸੀਂ ਪੂਰੀ ਤਰ੍ਹਾਂ ਜਿਹੜਾ ਉਸ ਕਰਮ ਦੇ ਅੰਦਰ ਖੁੱਭੇ ਨਹੀਂ ਹੋਏ। ਸਾਡਾ ਫੋਕਸ ਜਿਹੜਾ ਉਸ ਕਰਮ ਦੇ ਵਿੱਚ ਨਹੀਂ ਹੈਗਾ। ਅਗਰ ਅਸੀਂ ਅੱਛੇ ਕਰਮ ਕਰਨ ਦੇ ਯੋਗੀ ਹੋਏ ਤੇ ਸਾਨੂੰ ਜਿਹੜੇ ਅੱਛੇ ਕਰਮ ਸਾਨੂੰ ਖੁਦ ਹੀ ਢੂੰਡ ਲੈਣਗੇ। ਸਾਡੇ ਹੱਥੋਂ ਜਿਹੜੇ ਕਰਮ ਖੁਦ ਬ ਖੁਦ ਅੱਛੇ ਹੋਣ ਲੱਗ ਪੈਣਗੇ। ਸਾਨੂੰ ਜਿਹੜੇ ਕਰਮ ਜਿਹੜੇ ਖੁਦ ਬ ਖੁਦ ਉਹ ਲੱਭ ਲੈਣਗੇ ਅਗਰ ਅੱਛੇ ਕਰਮ ਦੇ ਅਸੀਂ ਯੋਗੀ ਹੋਏ। ਅਗਰ ਅੱਛੇ ਕਰਮ ਦੇ ਅਸੀਂ ਯੋਗੀ ਨਾ ਹੋਏ, ਅਸੀਂ ਬੁਰੇ ਕਰਮਾਂ ਦੇ ਯੋਗੀ ਹੋਏ ਤੇ ਸਾਡੀ ਜਿਹੜੀਆਂ ਆਸਾਨੀਆਂ ਉਹ ਬੁਰੇ ਕਰਮਾਂ ਵੱਲੇ ਹੀ ਹੋਣਗੀਆਂ। ਸਾਡੇ ਅੱਗੇ ਬੁਰੇ ਕਰਮਾਂ ਦੇ ਹੀ ਮੌਕੇ ਆਉਣਗੇ। ਅਗਰ ਅਸੀਂ ਅੱਛੇ ਕਰਮਾਂ ਦੇ ਯੋਗੀ ਹੋਏ ਤੇ ਸਾਡੇ ਅੱਗੇ ਜਿਹੜੇ ਆ ਉਹ ਅੱਛੇ ਕਰਮ ਜਿਹੜੇ ਆਉਣਗੇ, ਸਾਨੂੰ ਜਿਹੜਾ ਮੌਕਾ ਫਰਾਹਮ ਕਰਨਗੇ ਕਿ ਸਾਨੂੰ ਜਿਹੜਾ ਆਪਣੇ ਹੱਥੋਂ ਜਿਹੜਾ ਉਹ ਸਰਜ਼ਦ ਕਰ ਲੈ, ਇਹਨਾਂ ਨੂੰ ਆਪਣੇ ਹੱਥੋਂ ਸਾਦਰ ਕਰ ਲੈ। ਇਸ ਤਰ੍ਹਾਂ ਸਾਨੂੰ ਅਸੀਂ ਜਿਹੜੇ ਕਰਮ ਕਰਨੇ ਆ ਉਹ ਅਸੀਂ ਬਿਲਕੁਲ ਫੋਕਸ ਹੋ ਕੇ ਨਹੀਂ ਕਰਦੇ, ਬਲਕਿ ਕੀ ਕਰਦੇ ਆ, ਸਾਡੇ ਧਿਆਨ ਜਿਹੜੇ ਨੇ ਉਹ ਇੱਧਰ ਉੱਧਰ ਚਲੇ ਜਾਂਦੇ ਨੇ। ਅਸੀਂ ਜਿਹੜੀ ਸਾਡੇ ਖਿਆਲਾਤ ਅਸੀਂ ਬਿਲਕੁਲ ਜਿਹੜਾ ਉਹਨੂੰ ਦਿਲ ਲਗੀ ਨਾਲ ਪਿਆਰ ਨਾਲ ਜਿਹੜੇ ਉਹ ਕਰਮ ਨਹੀਂ ਕਰ ਰਹੇ ਹੁੰਦੇ। ਇਸ ਵਜ੍ਹਾ ਨਾਲ ਜਿਹੜਾ ਨਾ ਉਹ ਸਾਡੇ ਕਰਮ ਜਿਹੜੇ ਉਹ ਸਾਨੂੰ ਫਾਇਦਾ ਨਹੀਂ ਦਿੰਦੇ। ਔਰ ਇਸ ਤੋਂ ਇਲਾਵਾ ਸਾਨੂੰ ਜਿਹੜਾ ਕਰਮ ਕਰਨੇ ਚਾਹੀਦੇ ਨੇ, ਸਾਨੂੰ ਆਪਣੇ ਸਾਹਮਣੇ ਫਲ ਰੱਖ ਕੇ ਨਹੀਂ ਕਿ ਸਾਨੂੰ ਇਹਦਾ ਜਿਹੜਾ ਫਲ ਮਿਲੇਗਾ, ਫਲਾਂ ਮਿਲੇਗਾ ਜਾਂ ਅਸੀਂ ਕਾਮਯਾਬ ਹੋ ਜਾਵਾਂਗੇ ਜਾਂ ਅਸੀਂ ਪਾਸ ਹੋ ਜਾਵਾਂਗੇ। ਨਹੀਂ, ਜਦੋਂ ਸਾਡੇ ਦਿਲ 'ਚ ਇਹ ਹੋਇਆ, ਕਿਉਂਕਿ ਅਸੀਂ ਕਰਮ ਜਿਹੜੇ ਸਾਡੇ ਕਰਮਾਂ ਦੇ ਅੰਦਰ ਕੁਤਾਹੀ ਆ ਜਾਏਗੀ। ਜਦੋਂ ਕੁਤਾਹੀ ਆਈ ਤੇ ਸਾਡੇ ਕਰਮ ਪੂਰੇ ਨਹੀਂ ਹੋਣੇ ਤੇ ਅਸੀਂ ਜਿਹੜੇ ਆ ਬੁਰੇ ਕਰਮਾਂ ਦੀ ਤਰਫ ਪ੍ਰਭਾਵਿਤ ਹੋ ਜਾਵਾਂਗੇ। ਅਸੀਂ ਕਹਾਂਗੇ ਕਿ ਇਹ ਅੱਛੇ ਕਰਮ ਕਰਨ ਦੇ ਬਾਵਜੂਦ ਵੀ ਅਸੀਂ ਜਿਹੜੇ ਆ ਕਾਮਯਾਬ ਨਹੀਂ ਹੋਏ, ਸਾਨੂੰ ਇਹਦਾ ਫਲ ਨਹੀਂ ਮਿਲਿਆ। ਇਸ ਵਜ੍ਹਾ ਨਾਲ ਸਾਡਾ ਦਿਲ ਜਿਹੜਾ ਖੱਟਾ ਹੋ ਜਾਏਗਾ। ਅਸੀਂ ਅੱਛੇ ਕਰਮ ਜਿਹੜੇ ਆ ਕਰਨੇ ਛੱਡ ਦਿਆਂਗੇ, ਅਸੀਂ ਬੁਰੇ ਕਰਮ ਕਰਨ ਦੀ ਤਰਫ ਜਿਹੜਾ ਉਹ ਪ੍ਰਭਾਵਿਤ ਹੋ ਜਾਵਾਂਗੇ। ਬਹੁਤ ਹੀ ਅੱਛੀ ਵੀਡੀਓ ਸੀ, ਬਹੁਤ ਹੀ ਅੱਛੀ ਕਹਾਣੀ ਸੀ। ਅਗਰ ਤੁਹਾਨੂੰ ਕਹਾਣੀ ਅੱਛੀ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ।